ਸਤਿ ਸ਼੍ਰੀ ਅਕਾਲ ਜੀ। ਕਿਤਾਬ ਬੂਹੇ ਬਾਰੀਆਂ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਤੀਜਾ ਲੇਖ ਸ਼ਹੀਦ। ਸਾਰੇ ਸ਼ਹੀਦ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਮੁਜਰਮ ਹੁੰਦੇ ਹਨ। ਸਰਕਾਰ ਬਾਗੀਆਂ ਤੋਂ ਨਹੀਂ ਡਰਦੀ ਕਿਉਂਕਿ ਉਸ ਕੋਲ ਬਗਾਵਤ ਨੂੰ ਕੁਚਲਣ ਦੀ ਅਸੀਮ ਸ਼ਕਤੀ ਹੁੰਦੀ ਹੈ। ਪਰ ਜਦੋਂ ਕੋਈ ਬਾਗੀ ਸ਼ਹੀਦ ਹੋ ਜਾਵੇ ਅਤੇ ਲੋਕ ਉਸ ਨੂੰ ਸ਼ਹੀਦ ਸਵੀਕਾਰ ਕਰ ਲੈਣ ਤਾਂ ਸਰਕਾਰ ਦੇ ਉਸ ਨੂੰ ਬਦਨਾਮ ਕਰਨ ਦੇ ਸਾਰੇ ਯਤਨ ਕੁਚੱਜੇ ਚਾਲੇ ਪ੍ਰਤੀਤ ਹੋਣ ਲੱਗ ਪੈਂਦੇ ਹਨ। ਕਿਸੇ ਸਿਧਾਂਤ ਵਾਸਤੇ ਮਰ ਜਾਣਾ ਕੁਰਬਾਨੀ ਦੀ ਉੱਚਤਮ ਉਦਾਹਰਣ ਹੁੰਦੀ ਹੈ। ਸਰਕਾਰ ਕਿਸੇ ਮਾਂ ਦੀ ਗੋਦ ਨੂੰ ਖਾਲੀ ਕਰ ਸਕਦੀ ਹੈ, ਪਰ ਸ਼ਹੀਦ ਤਾਂ ਕੌਮ ਦੀ ਕੁੱਖ ਵਿੱਚੋਂ ਜਨਮਦੇ ਹਨ। ਵਿਅਕਤੀਆਂ ਵਿਰੁੱਧ ਫੌਜਾਂ ਭੇਜੀਆਂ ਜਾ ਸਕਦੀਆਂ ਹਨ, ਪਰ ਸਿਧਾਂਤਾਂ ਵਿਰੁੱਧ ਫੌਜਾਂ ਭੇਜਣੀਆਂ ਵਿਅਰਥ ਹੁੰਦੀਆਂ ਹਨ। ਗੋਲੀ ਨਾਲ ਸਰੀਰ ਮਾਰਿਆ ਜਾ ਸਕਦਾ ਹੈ, ਪਰ ਰੂਹ ਨੂੰ ਮਾਰਨ ਵਾਲੀ ਗੋਲੀ ਅਜੇ ਕਿਸੇ ਸਰਕਾਰ ਤੋਂ ਨਹੀਂ ਬਣੀ। ਸਰਕਾਰ ਗੋਲੀਆਂ ਨਾਲ ਜਦੋਂ ਲੋਕਾਂ ਨੂੰ ਚੁੱਪ ਕਰਾਉਣ ਦੇ ਰਾਹ ਪੈ ਜਾਵੇ ਤਾਂ ਉਸ ਲਈ ਸਿੱਧੇ ਰਾਹ ਵੀ ਪੁੱਠੇ ਹੋ ਜਾਂਦੇ ਹਨ। ਬੜੀ ਦੇਰੀ ਮਗਰੋਂ ਸਰਕਾਰ ਨੂੰ ਸਮਝ ਆਉਂਦੀ ਹੈ ਕਿ ਲੋਕਾਂ ਦੀ ਚੁੱਪ ਵਿਰੋਧ, ਵਿਦਰੋਹ ਅਤੇ ਜੰਗ ਦਾ ਬੀਜ ਹੁੰਦੀ ਹੈ। ਜਿਹੜਾ ਆਪਣੇ ਆਪ ਦੀ ਕੁਰਬਾਨੀ ਦੇ ਦੇਵੇ ਉਹ ਗਲਤ ਨਹੀਂ ਸਮਝਿਆ ਜਾਂਦਾ। ਅਜੇ ਤੱਕ ਸੰਸਾਰ ਦੀ ਕਿਹੜੀ ਮਾਣਯੋਗ ਪ੍ਰਾਪਤੀ ਹੈ ਜਿਹੜੀ ਕਿਸੇ ਪ੍ਰਕਾਰ ਦੀ ਕੁਰਬਾਨੀ ਤੋਂ ਬਿਨਾਂ ਪ੍ਰਾਪਤ ਕੀਤੀ ਗਈ ਹੈ। ਇਹ ਇੱਕ ਅਟੱਲ ਸੱਚਾਈ ਹੈ ਕਿ ਸਾਰੀਆਂ ਮਨੁੱਖੀ ਸ਼ਕਤੀਆਂ ਮੌਤ ਨੂੰ ਵੰਗਾਰਨ ਦੀ ਸ਼ਕਤੀ ਵਿੱਚੋਂ ਜਨਮਦੀਆਂ ਹਨ। ਜਦੋਂ ਮੌਤ ਸਾਹਮਣੇ ਹੋਵੇ ਉਸ ਸਮੇਂ ਸ਼ਹੀਦ ਦੀ ਧਾਤ ਪਰਖੀ ਜਾਂਦੀ ਹੈ। ਸਧਾਰਨ ਲੋਕਾਂ ਦਾ ਮੁੱਲ ਉਹਨਾਂ ਦੇ ਜਿਉਣ ਦੇ ਹੁਨਰ ਅਨੁਸਾਰ ਪੈਂਦਾ ਹੈ, ਪਰ ਸ਼ਹੀਦ ਦੀ ਮਹਿਮਾ ਉਸ ਦੇ ਮਰਨ ਢੰਗ ਅਨੁਸਾਰ ਹੁੰਦੀ ਹੈ। ਸ਼ਹੀਦੀ ਇੱਕ ਫਰਜ਼ ਹੈ ਜਿਸ ਨੂੰ ਨਿਭਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮਰਨਾ ਸਭ ਨੇ ਹੈ ਅਤੇ ਬਹੁ ਗਿਣਤੀ ਆਪਣੀ ਇੱਛਾ ਦੇ ਵਿਰੁੱਧ ਮਰਦੀ ਹੈ, ਪਰ ਸ਼ਹੀਦ ਆਪਣੀ ਮਰਜ਼ੀ ਨਾਲ ਮਰਦਾ ਹੈ। ਸ਼ਹੀਦੀ ਨੂੰ ਆਪਣੀ ਮੌਤ ਨੂੰ ਵਿਉਂਤਣ ਦਾ ਹੁਨਰ ਕਿਹਾ ਗਿਆ ਹੈ। ਸ਼ਹੀਦੀ ਕੋਈ ਘਟਨਾ ਨਹੀਂ ਹੁੰਦੀ, ਇਹ ਜੂਝਣ ਦਾ ਇੱਕ ਤਜਰਬਾ ਹੁੰਦੀ ਹੈ। ਸ਼ਹੀਦੀ ਕਿਸੇ ਵਿਅਕਤੀ ਦੇ ਵਿਚਾਰਾਂ ਦੇ ਠੀਕ ਹੋਣ ਦਾ ਸਬੂਤ ਨਹੀਂ, ਸਗੋਂ ਉਸ ਵੱਲੋਂ ਆਪਣੇ ਉਦੇਸ਼ ਪ੍ਰਤੀ ਵਫਾਦਾਰੀ ਦੀ ਸ਼ਿੱਦਤ ਦਾ ਪ੍ਰਮਾਣ ਹੁੰਦੀ ਹੈ। ਸ਼ਹੀਦੀ ਬੜੀ ਲੰਮੀ ਤਿਆਰੀ ਨਾਲ ਲੰਮੇ ਸਫ਼ਰ ਉੱਤੇ ਨਿਕਲਣ ਦਾ ਸਾਹਸ ਹੈ। ਸ਼ਹੀਦ ਇਕੱਲਾ ਹੁੰਦਾ ਹੈ ਕਿਉਂਕਿ ਉਸ ਦੇ ਅਨੁਭਵ ਕਰਨ ਦੀ ਪੱਧਰ ਇਤਨੀ ਵਿਸ਼ਾਲ ਅਤੇ ਡੂੰਘੀ ਹੁੰਦੀ ਹੈ ਕਿ ਸ਼ਹੀਦ ਦਾ ਸਾਥ ਨਹੀਂ ਦਿੱਤਾ ਜਾ ਸਕਦਾ। ਸ਼ਹੀਦੀ ਇੱਕ ਫਰਜ਼ ਹੈ ਜਿਸ ਨੂੰ ਨਿਭਾਉਣ ਲਈ ਸੁਕਰਾਤ ਵਾਲੇ ਤਿਆਗ ਦੀ ਅਤੇ ਈਸਾ ਮਸੀਹ ਵਾਲੇ ਸਬਰ ਦੀ ਅਤੇ ਗੁਰੂ ਅਰਜਨ ਦੇਵ ਵਾਲੇ ਧੀਰਜ, ਸਿਦਕ ਅਤੇ ਸੰਤੋਖ ਦੀ ਲੋੜ ਹੁੰਦੀ ਹੈ। ਆਪਣੇ ਆਦਰਸ਼ ਲਈ ਮਰ ਜਾਣ ਵਾਲੇ ਨੂੰ ਸ਼ਹੀਦ ਕਹਿੰਦੇ ਹਨ। ਸ਼ਹੀਦ ਮੌਤ ਦਾ ਵਟਣਾ ਮਲ ਕੇ ਸੋਹਣੇ ਹੋ ਜਾਂਦੇ ਹਨ। ਸਾਨੂੰ ਸਭ ਪ੍ਰਕਾਰ ਦੀ ਮੌਤ ਉੱਤੇ ਅਫਸੋਸ ਹੁੰਦਾ ਹੈ, ਪਰ ਸ਼ਹੀਦ ਮੌਤ ਦੇ ਅਰਥ ਬਦਲ ਦਿੰਦਾ ਹੈ, ਕਿਉਂਕਿ ਉਸ ਦੀ ਮੌਤ ਦਾ ਦਿਹਾੜਾ ਵੈਣ ਪਾਉਣ ਲਈ ਨਹੀਂ, ਜਸ਼ਨ ਮਨਾਉਣ ਅਤੇ ਉਸ ਦੇ ਦੱਸੇ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਨ ਅਤੇ ਬਹਾਦਰੀ ਦੀ ਮਹਿਮਾ ਗਾਉਣ ਦਾ ਦਿਨ ਹੁੰਦਾ ਹੈ। ਸ਼ਹੀਦ ਦੀ ਮੌਤ ਕੌਮ ਲਈ ਸ਼ੁਭ ਸ਼ਗਨ ਬਣ ਜਾਂਦੀ ਹੈ। ਭਾਰਤ ਵਿੱਚ ਸ਼ਹੀਦੀ ਦਾ ਸੰਕਲਪ ਮੁਸਲਮਾਨ ਲੈ ਕੇ ਆਏ। ਅਰਬੀ ਵਿੱਚ ਸ਼ਹੀਦੀ ਦੇ ਅਰਥ ਆਪਣੇ ਵਿਸ਼ਵਾਸ ਲਈ ਲੜਦਿਆਂ ਮਰ ਜਾਣ ਦੇ ਹਨ। ਹਿੰਦੂ ਧਰਮ ਵਿੱਚ ਬਲੀਦਾਨ ਦਾ ਸੰਕਲਪ ਹੈ, ਪਰ ਸ਼ਹੀਦੀ ਦਾ ਸੰਕਲਪ ਨਹੀਂ। ਸਿੱਖ ਧਰਮ ਨੇ ਪੰਜਾਬ ਵਿੱਚ ਸ਼ਹੀਦੀ ਦਾ ਮੌਲਿਕ ਸੰਕਲਪ ਉਸਾਰਿਆ ਹੈ। ਸਿੱਖ ਇਤਿਹਾਸ ਨੇ ਅਨੇਕਾਂ ਵਾਰ ਇਹ ਸਾਬਤ ਕੀਤਾ ਹੈ ਕਿ ਪਤਝੜਾਂ ਭਾਵੇਂ ਕਿਤਨੀਆਂ ਵੀ ਜਾਬਰ ਹੋਣ, ਕੁਝ ਫੁੱਲ ਬਗਾਵਤ ਕਰਕੇ ਖਿੜ ਹੀ ਪੈਂਦੇ ਹਨ। ਮਨਾਹੀਆਂ ਦੇ ਬਾਵਜੂਦ ਉੱਗਣਾ ਅਤੇ ਆਪਣੇ ਪੂਰੇ ਜੋਬਨ ਨਾਲ ਟਹਿਕਣਾ ਆਪਣੀ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਦੀ ਕਲਾ ਹੁੰਦੀ ਹੈ। ਸ਼ਹੀਦ ਆਪਣੇ ਆਪ ਥਾਪਿਆ ਜਰਨੈਲ ਹੁੰਦਾ ਹੈ। ਕਿਸੇ ਬਹਾਦਰ ਅਤੇ ਸੁਤੰਤਰ ਕੌਮ ਦਾ ਚਰਿੱਤਰ ਸ਼ਹੀਦੀਆਂ ਦੀ ਲੰਮੀ ਆਦਤ ਅਤੇ ਪਰੰਪਰਾ ਦਾ ਘੜਿਆ ਹੁੰਦਾ ਹੈ। ਸ਼ਹੀਦ ਜਾਣਦਾ ਹੈ ਕਿ ਅੱਜ ਦੀਆਂ ਚੁਣੌਤੀਆਂ ਅੱਜ ਦੇ ਅਵਸਰ ਵੀ ਹਨ। ਸ਼ਹੀਦ ਦੀ ਮਾਨਸਿਕ ਅਵਸਥਾ ਸਦੀਵੀ ਤੌਰ ਉੱਤੇ ਨਿਰਾਸ਼ਾ ਤੋਂ ਮੁਕਤ ਵਾਤਾਵਰਨ ਵਾਲੀ ਹੁੰਦੀ ਹੈ। ਸ਼ਹੀਦ ਜਾਣਦਾ ਹੈ ਕਿ ਪਤਝੜ ਦੇ ਹਰ ਬੁੱਲੇ ਵਿੱਚ ਬਹਾਰ ਦਾ ਕਾਫਲਾ ਹੁੰਦਾ ਹੈ। ਮੋਰ ਨੱਚਦੇ ਹੋਏ ਵੀ ਰੋਂਦੇ ਰਹਿੰਦੇ ਹਨ, ਹੰਸ ਮਰਦਿਆਂ ਵੀ ਗਾਉਂਦਾ ਹੈ। ਸ਼ਹੀਦ ਨੇ ਜਾਨ ਦੀ ਬਾਜੀ ਲਾਉਣੀ ਹੁੰਦੀ ਹੈ, ਇਸ ਲਈ ਉਸ ਨੂੰ ਵਿਉਂਤਾਂ ਬਣਾਉਣ ਅਤੇ ਆਸਰੇ ਢੂੰਡਣ ਦੀ ਲੋੜ ਨਹੀਂ ਹੁੰਦੀ। ਦੁਕੀਆਂ ਤਿੱਕੀਆਂ ਨਾਲ ਜ਼ਿੰਦਗੀ ਦੀ ਬਾਜੀ ਖੇਡਣ ਵਾਲੇ ਲੋਕ ਯਤਨ ਕਰਨ ਦੇ ਬਾਵਜੂਦ ਨਹੀਂ ਜਾਣ ਸਕਦੇ ਕਿ ਸ਼ਹੀਦ ਨੂੰ ਮੌਤ ਨਾਲ ਇਸ਼ਕ ਕਿਉਂ ਹੁੰਦਾ ਹੈ। ਦੁਨੀਆ ਵਿੱਚ ਕਿਹੜੀ ਸੱਭਿਅਤਾ ਅਤੇ ਬਾਦਸ਼ਾਹਤ ਹੈ ਜਿਹੜੀ ਕੁਰਬਾਨੀਆਂ ਤੋਂ ਬਿਨਾਂ ਸਥਾਪਿਤ ਹੋਈ ਹੈ। ਸ਼ਹੀਦਾਂ ਦੇ ਨਿਸ਼ਾਨੇ ਬਾਦਸ਼ਾਹਾਂ ਵਾਲੇ ਹੁੰਦੇ ਹਨ। ਜੇ ਉਹਨਾਂ ਜਿਉਣਾ ਹੈ ਤਾਂ ਉਹਨਾਂ ਬਾਦਸ਼ਾਹਾਂ ਵਾਂਗੂ ਜਿਉਣਾ ਹੈ। ਜੇ ਇਹ ਸੰਭਵ ਨਾ ਹੋਵੇ
ਤਾਂ ਉਹਨਾਂ ਲਈ ਜ਼ਿੰਦਗੀ ਕੋਈ ਅਰਥ ਨਹੀਂ ਰੱਖਦੀ। ਸ਼ਹੀਦ ਅਖੀਰਲੀ ਤੋਂ ਸਿਵਾਏ ਸਾਰੀਆਂ ਲੜਾਈਆਂ ਹਾਰਦਾ ਹੈ, ਪਰ ਅੰਤਲੀ ਲੜਾਈ ਬੜੀ ਸ਼ਾਨ ਨਾਲ ਜਿੱਤਦਾ ਹੈ। ਉਸ ਦੀ ਅਖੀਰਲੀ ਅਤੇ ਇਤਿਹਾਸਿਕ ਲੜਾਈ ਉੱਤੇ ਉਸ ਦਾ ਸਭ ਕੁਝ ਦਾਅ ਉੱਤੇ ਲੱਗਾ ਹੁੰਦਾ ਹੈ। ਜਿਨ੍ਹਾਂ ਨੂੰ ਇਤਿਹਾਸ ਦੀ ਸੂਝ ਨਹੀਂ ਹੁੰਦੀ, ਉਹ ਇਹ ਸੋਚਦੇ ਹਨ ਕਿ ਆਗੂ ਦੇ ਮਰਨ ਨਾਲ ਅਸੀਂ ਲੜਾਈ ਹਾਰ ਗਏ ਹਾਂ, ਪਰ ਅਸਲੀ ਅਤੇ ਫੈਸਲਾਕੁੰਨ ਲੜਾਈ ਤਾਂ ਸ਼ੁਰੂ ਹੀ ਆਗੂ ਦੀ ਸ਼ਹੀਦੀ ਨਾਲ ਹੁੰਦੀ ਹੈ। ਸ਼ਹੀਦ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਕਿ ਉਹ ਆਪਣੀ ਸ਼ਹਾਦਤ ਨਾਲ ਵਿਰੋਧੀਆਂ ਦਾ ਮਾਨਸਿਕ ਸੰਤੁਲਨ ਹੀ ਵਿਗਾੜ ਦਿੰਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਧੱਕੇ ਨਾਲ ਮਨੁੱਖ ਅੱਗੇ ਹੀ ਜਾਂਦਾ ਹੈ। ਸੰਕਟ ਸਮੇਂ ਵਿਖਾਏ ਧੀਰਜ ਨਾਲ ਲੜਾਈ ਸਾਡੇ ਪੱਖ ਵਿੱਚ ਹੋ ਜਾਂਦੀ ਹੈ। ਕੀ ਕਦੀ ਅਜਿਹਾ ਸਮਾਂ ਹੋਇਆ ਹੈ ਜਿਹੜਾ ਸੰਕਟਾਂ ਤੋਂ ਮੁਕਤ ਸੀ? ਔਖੇ ਸਮਿਆਂ ਵਿੱਚ ਔਖੇ ਉਪਾਅ ਹੀ ਸੋਚਣੇ ਪੈਂਦੇ ਹਨ। ਕੌਮ ਨੂੰ ਔਖੇ ਉਪਾਅ ਸੋਚਣ ਦੀ ਹਿੰਮਤ ਸ਼ਹੀਦ ਦਿੰਦੇ ਹਨ। ਸੱਚ ਉੱਤੇ ਤੁਹਮਤਾਂ ਭਾਵੇਂ 100 ਲੱਗਣ, ਉਸ ਨੂੰ ਕਦੇ ਸ਼ਰਮਿੰਦਗੀ ਨਹੀਂ ਸਹਿਣੀ ਪਵੇਗੀ। ਝੂਠ ਨੂੰ ਭਾਵੇਂ 100 ਦੁਸ਼ਾਲਿਆਂ ਨਾਲ ਸਜਾਇਆ ਜਾਵੇ, ਉਹ ਝੂਠ ਹੀ ਰਹੇਗਾ। ਸ਼ਹੀਦ ਦੀ ਇਹ ਦੇਣ ਹੁੰਦੀ ਹੈ ਕਿ ਉਹ ਸਾਰੀ ਕੌਮ ਨੂੰ ਹੌਸਲੇ, ਵਿਸ਼ਵਾਸ ਅਤੇ ਜਜ਼ਬੇ ਦੀ ਸ਼ਿੱਦਤ ਪ੍ਰਦਾਨ ਕਰਦਾ ਹੈ। ਸੱਚ ਸੰਬੰਧੀ ਜਦੋਂ ਸਮਾਗਮ ਉੱਠ ਪੈਣ ਤਾਂ ਸੱਚ ਪੱਕੇ ਸਿਧਾਂਤ ਬਣ ਜਾਂਦੇ ਹਨ। ਸ਼ਹੀਦ ਤਸੀਹੇ ਸਹਿਣ ਦੇ ਨਵੇਂ ਮਿਆਰ ਹੀ ਸਥਾਪਿਤ ਨਹੀਂ ਕਰਦਾ, ਸਗੋਂ ਪ੍ਰਾਪਤੀ ਦੀਆਂ ਨਵੀਆਂ ਸੰਭਾਵਨਾਵਾਂ ਵੀ ਉਜਾਗਰ ਕਰਦਾ ਹੈ। ਜਿਹੜੇ ਸਿਕੰਦਰ ਵਾਂਗ ਜਿੱਤਾਂ ਜਿੱਤਣ ਅਤੇ ਵਿਸ਼ਾਲ ਰਾਜ ਸਥਾਪਿਤ ਕਰਨ ਦੀਆਂ ਉਮੰਗਾਂ ਨਾਲ ਭਰੇ ਹੁੰਦੇ ਹਨ, ਉਹਨਾਂ ਲਈ ਇੱਕ ਜਾਂ ਦੋ ਹਾਰਾਂ ਅਤੇ ਅਸਫਲਤਾਵਾਂ ਕੋਈ ਅਰਥ ਨਹੀਂ ਰੱਖਦੀਆਂ। ਸ਼ਹੀਦ ਲੜਾਈ ਹਾਰਦਾ ਹੈ ਪਰ ਜੰਗ ਜਿੱਤਦਾ ਹੈ। ਸ਼ਹੀਦ ਦਾ ਸਰੀਰ ਹਾਰਦਾ ਹੈ ਪਰ ਉਸ ਦੀ ਰੂਹ ਜਿੱਤ ਜਾਂਦੀ ਹੈ। ਡਿੱਗ ਰਹੇ ਬੰਦੇ ਨੂੰ ਹਰ ਕੋਈ ਠਿੱਬੀ ਮਾਰ ਸਕਦਾ ਹੈ, ਪਰ ਸ਼ਹੀਦ ਉੱਠਣ ਲਈ ਡਿੱਗਦੇ ਹਨ, ਟੱਕਰ ਲੈਣ ਲਈ ਪਿੱਛੇ ਹਟਦੇ ਹਨ ਅਤੇ ਜਾਗਣ ਲਈ ਸੌਂਦੇ ਹਨ। ਸ਼ਹੀਦ ਦਾ ਲਹੂ ਆਜ਼ਾਦੀ ਦੇ ਰੁੱਖ ਦਾ ਬੀਜ ਹੁੰਦਾ ਹੈ। ਹਰ ਬਗਾਵਤ ਵਿੱਚ ਖੂਨ ਖਰਾਬਾ ਹੁੰਦਾ ਹੈ, ਪਰ ਜਦੋਂ ਨਤੀਜੇ ਨਿਖਰ ਕੇ ਸਾਹਮਣੇ ਆਉਂਦੇ ਹਨ ਤਾਂ ਸਾਰਿਆਂ ਦੀ ਰਾਏ ਇਹ ਹੀ ਹੁੰਦੀ ਹੈ ਕਿ ਨੁਕਸਾਨ ਜ਼ਰੂਰ ਹੋਇਆ ਹੈ, ਪਰ ਕੌਮ ਅੱਗੇ ਵਧੀ ਹੈ। ਉਸ ਸਮੇਂ ਹੀ ਸਾਨੂੰ ਸਮਝ ਆਉਂਦੀ ਹੈ ਕਿ ਸ਼ਹੀਦ ਦੀ ਇਕਹਿਰੀ ਅਤੇ ਸਾਦੀ ਜਿਹੀ ਸੋਚ ਵਿੱਚ ਕਿੰਨੀ ਦੂਰ ਅੰਦੇਸ਼ੀ ਸੀ। ਸੋ ਇਸ ਦੇ ਨਾਲ ਹੀ ਇਹ ਲੇਖ ਵੀ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ। ਧੰਨਵਾਦ।